सत श्री अकाल जी। ਅੱਜ ਆਪਾਂ 11ਵੀਂ ਜਮਾਤ ਦੇ ਪਾਠ 3 ਸਾਈਬਰ ਖਤਰੇ ਅਤੇ ਸੁਰੱਖਿਆ ਬਾਰੇ ਪੜ੍ਹਨ ਜਾ ਰਹੇ ਹਾਂ। ਸਾਈਬਰ ਖਤਰਿਆਂ ਅਤੇ ਬਚਾਅ ਤਕਨੀਕਾਂ ਬਾਰੇ ਜਾਣਨ ਤੋਂ ਪਹਿਲਾਂ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਸਾਈਬਰ ਹੈ ਕੀ। ਵਾਟ ਇਜ਼ ਸਾਈਬਰ? ਇੰਟਰਨੈਟ ਦੀ ਦੁਨੀਆ ਨੂੰ ਸਾਈਬਰ ਦਾ ਨਾਮ ਦਿੱਤਾ ਜਾਂਦਾ ਹੈ। ਅਸਲ ਵਿੱਚ ਸਾਈਬਰ ਸ਼ਬਦ ਗ੍ਰੀਕ ਭਾਸ਼ਾ ਦੇ ਸ਼ਬਦ ਸਾਈਬਰਨੈਟਿਕ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਸਵੈ ਨਿਯੰਤਰਿਤ ਵਿਗਿਆਨਕ ਪ੍ਰਣਾਲੀ। ਇਸ ਲਈ ਇੰਟਰਨੈਟ ਦੀ ਦੁਨੀਆ ਵਿੱਚ ਸੰਚਾਰ ਅਤੇ ਕੰਪਿਊਟਰ ਆਧਾਰਿਤ ਤਕਨੀਕਾਂ ਦੀ ਸਵੈ ਨਿਯੰਤਰਿਤ ਪ੍ਰਣਾਲੀ ਨੂੰ ਵੀ ਸਾਈਬਰ ਦਾ ਹੀ ਨਾਮ ਦਿੱਤਾ ਗਿਆ ਹੈ। ਆਓ ਹੁਣ ਆਪਾਂ ਜਾਣੀਏ ਕਿ ਇੰਟਰਨੈਟ ਦੀ ਦੁਨੀਆ ਯਾਨੀ ਕਿ ਸਾਈਬਰ ਨੂੰ ਕਿਹੜੀਆਂ ਚੀਜ਼ਾਂ ਤੋਂ ਖਤਰਾ ਹੈ। ਇੰਟਰਨੈਟ ਦੀ ਦੁਨੀਆ ਵਿੱਚ ਉਹਨਾਂ ਸੰਭਾਵਨਾਵਾਂ ਅਤੇ ਮੰਦ ਕੋਸ਼ਿਸ਼ਾਂ ਨੂੰ ਸਾਈਬਰ ਖਤਰਿਆਂ ਜਾਂ ਹਮਲਿਆਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ, ਜਿਨ੍ਹਾਂ ਰਾਹੀਂ ਇੰਟਰਨੈਟ ਦੀ ਮਦਦ ਨਾਲ ਆਨਲਾਈਨ ਕੰਪਿਊਟਰ ਨੈਟਵਰਕ ਅਤੇ ਕੰਪਿਊਟਰ ਆਧਾਰਿਤ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ। ਸਾਈਬਰ ਖਤਰੇ ਜਾਂ ਹਮਲੇ ਦੀਆਂ ਕਿਸਮਾਂ, ਟਾਈਪਸ ਆਫ ਸਾਈਬਰ ਥ੍ਰੈਟਸ ਔਰ ਅਟੈਕ। ਜਿਵੇਂ ਹੀ ਦਿਨੋਂ ਦਿਨ ਆਨਲਾਈਨ ਤਕਨੀਕਾਂ ਦਾ ਰੂਪ ਬਦਲ ਰਿਹਾ ਹੈ ਤੇ ਇੰਟਰਨੈਟ ਦੀ ਵਰਤੋਂ ਦਿਨੋਂ ਦਿਨ ਵੱਧ ਰਹੀ ਹੈ, ਇਸ ਦੇ ਨਾਲ ਹੀ ਸਾਈਬਰ ਖਤਰੇ ਜਾਂ ਹਮਲਿਆਂ ਨੇ ਵੀ ਕਈ ਤਰ੍ਹਾਂ ਦਾ ਰੂਪ ਧਾਰ ਲਿਆ ਹੈ। ਆਓ ਆਪਾਂ ਇਹਨਾਂ ਨੂੰ ਵੱਖ-ਵੱਖ ਸ਼੍ਰੇਣੀਆਂ 'ਚ ਵੰਡ ਕੇ ਇਹਨਾਂ ਬਾਰੇ ਵਿਚਾਰ ਕਰਦੇ ਹਾਂ। ਸਾਈਬਰ ਖਤਰਿਆਂ ਦੇ ਰੂਪ 'ਚ ਸਭ ਤੋਂ ਪਹਿਲੀ ਸ਼੍ਰੇਣੀ ਹੈ ਜੀ ਸਟਾਕਿੰਗ। ਸਟਾਕਿੰਗ ਦਾ ਅਰਥ ਹੁੰਦਾ ਹੈ ਪਿੱਛਾ ਕਰਨਾ ਜਾਂ ਮਗਰ ਹੀ ਪੈ ਜਾਣਾ। ਜਦੋਂ ਕੋਈ ਵਿਅਕਤੀ ਇੰਟਰਨੈਟ ਆਧਾਰਿਤ ਐਪਲੀਕੇਸ਼ਨਸ ਜਾਂ ਸੌਫਟਵੇਅਰ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਦੂਸਰੇ ਵਿਅਕਤੀ ਨੂੰ ਵਾਰ-ਵਾਰ ਉਸ ਦੀ ਇੱਛਾ ਦੇ ਵਿਰੁੱਧ ਜਾ ਕੇ ਸੰਦੇਸ਼ ਜਾਂ ਕਿਸੇ ਵੀ ਕਿਸਮ ਦੀ ਅਨੁਚਿਤ ਸਮੱਗਰੀ ਭੇਜ ਕੇ ਪਰੇਸ਼ਾਨ ਕਰਦਾ ਹੈ ਤਾਂ ਅਜਿਹਾ ਅਪਰਾਧ ਸਟਾਕਿੰਗ ਅਖਵਾਉਂਦਾ ਹੈ। ਸਟੂਡੈਂਟਸ, ਸਟਾਕਿੰਗ ਬਾਰੇ ਸ਼ਾਇਦ ਤੁਸੀਂ ਬਖੂਬੀ ਜਾਣਦੇ ਹੋਵੋਗੇ, ਕਿਉਂਕਿ ਕਈ ਵਾਰ ਕਈ ਸਾਈਟਾਂ ਉੱਪਰ ਸਾਨੂੰ ਕੋਈ ਵਾਰ-ਵਾਰ ਮੈਸੇਜ ਆ ਰਿਹਾ ਹੁੰਦਾ ਕਿ ਇਹ ਵਾਲਾ ਸੌਫਟਵੇਅਰ ਇੰਸਟਾਲ ਕਰੋ, ਨਹੀਂ ਤਾਂ ਤੁਹਾਡਾ ਕੰਪਿਊਟਰ ਕ੍ਰੈਸ਼ ਹੋ ਜਾਏਗਾ ਜਾਂ ਤੁਹਾਡੇ ਕੰਪਿਊਟਰ ਵਿੱਚ ਵਾਇਰਸ ਆ ਜਾਏਗਾ। ਅਸੀਂ ਵਾਰ-ਵਾਰ ਉਸ ਨੂੰ ਅਵੋਇਡ ਕਰਦੇ ਹਾਂ, ਕੈਂਸਲ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਟ ਉਹ ਮੈਸੇਜ ਸਾਡਾ ਖਹਿੜਾ ਹੀ ਨਹੀਂ ਛੱਡਦਾ। ਅਗਰ ਉਸ ਮੈਸੇਜ ਭੇਜਣ ਵਾਲੇ ਵਿਅਕਤੀ ਦੇ ਆਖੇ ਲੱਗ ਕੇ ਅਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ ਵਿੱਚ ਅਜਿਹਾ ਐਪਲੀਕੇਸ਼ਨ ਇੰਸਟਾਲ ਕਰ ਲੈਂਦੇ ਹਾਂ ਤਾਂ ਫਿਰ ਸਾਡੇ ਮੋਬਾਈਲ ਜਾਂ ਕੰਪਿਊਟਰ ਦੀ ਖੈਰ ਨਹੀਂ। ਪਾਇਰੇਸੀ। ਜਦੋਂ ਕਿਸੇ ਵਿਅਕਤੀ ਦੁਆਰਾ ਕਿਸੇ ਸੌਫਟਵੇਅਰ ਜਾਂ ਹੋਰ ਕੰਪਿਊਟਰ ਆਧਾਰਿਤ ਸਮੱਗਰੀ ਨੂੰ ਉਸ ਦੇ ਅਸਲ ਮਾਲਕ ਦੀ ਮਨਜ਼ੂਰੀ ਅਤੇ ਇੱਛਾ ਤੋਂ ਬਿਨਾਂ ਕਾਪੀ ਕਰਕੇ ਆਪਣੇ ਵਪਾਰਕ ਹਿੱਤਾਂ ਲਈ ਉਸ ਦੀ ਡੁਪਲੀਕੇਟ ਕਾਪੀ ਨੂੰ ਮਾਰਕੀਟ ਵਿੱਚ ਵੇਚਿਆ ਜਾਂਦਾ ਹੈ, ਤਾਂ ਇਸ ਤਰ੍ਹਾਂ ਦੇ ਸਾਈਬਰ ਅਪਰਾਧ ਨੂੰ ਪਾਇਰੇਸੀ ਕਿਹਾ ਜਾਂਦਾ ਹੈ। ਇਸ ਨਾਲ ਅਸਲ ਮਾਲਕ ਨੂੰ ਭਾਰੀ ਨੁਕਸਾਨ ਹੁੰਦਾ ਹੈ। ਅਗਰ ਕਿਸੇ ਵਿਅਕਤੀ ਨੇ ਕੋਈ ਸੌਫਟਵੇਅਰ ਤਿਆਰ ਕੀਤਾ ਹੈ, ਕੋਈ ਵੀਡੀਓ ਤਿਆਰ ਕੀਤੀ ਹੈ ਜਾਂ ਕੋਈ ਕਿਤਾਬ ਲਿਖੀ ਹੈ, ਤਾਂ ਉਸ ਉੱਪਰ ਉਸ ਨੂੰ ਇੱਕ ਖਾਸ ਹੱਕ ਹਾਸਲ ਹੁੰਦਾ ਹੈ, ਜਿਸ ਨੂੰ ਕਾਪੀਰਾਈਟ ਕਿਹਾ ਜਾਂਦਾ ਹੈ। ਅਗਰ ਕੋਈ ਵਿਅਕਤੀ ਅਜਿਹੇ ਸੌਫਟਵੇਅਰ ਦੀ ਡੁਪਲੀਕੇਟ ਕਾਪੀ ਬਣਾ ਕੇ ਉਸ ਨੂੰ ਮਾਰਕੀਟ ਵਿੱਚ ਵੇਚਦਾ ਹੈ ਤਾਂ ਇਹ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਮੰਨਿਆ ਜਾਂਦਾ ਹੈ ਤੇ ਅਜਿਹੇ ਸੌਫਟਵੇਅਰਾਂ ਨੂੰ ਪਾਇਰੇਟਡ ਸੌਫਟਵੇਅਰ ਕਿਹਾ ਜਾਂਦਾ ਹੈ। ਫਿਸ਼ਿੰਗ ਦਾ ਅਰਥ ਹੁੰਦਾ ਹੈ ਝਾਂਸਾ ਦੇ ਕੇ ਜਾਲ 'ਚ ਫਸਾਉਣਾ। ਇਸ ਵਿੱਚ ਅਪਰਾਧੀ ਦੁਆਰਾ ਕਿਸੇ ਵਿਅਕਤੀ ਨੂੰ ਈਮੇਲ ਜਾਂ ਟੈਕਸਟ ਮੈਸੇਜ ਭੇਜ ਕੇ ਲਾਲਚ ਵਿੱਚ ਫਸਾ ਕੇ ਉਸ ਤੋਂ ਕਿਸੇ ਕਿਸਮ ਦੀ ਗੁਪਤ ਅਤੇ ਨਿੱਜੀ ਸੂਚਨਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਵੇਂ ਯੂਜ਼ਰਨੇਮ, ਪਾਸਵਰਡ, ਕ੍ਰੈਡਿਟ ਕਾਰਡ ਨੰਬਰ ਆਦਿ। ਸਟੂਡੈਂਟਸ, ਤੁਹਾਨੂੰ ਵੀ ਕਦੇ ਅਜਿਹਾ ਮੈਸੇਜ ਜ਼ਰੂਰ ਆਇਆ ਹੋਵੇਗਾ ਕਿ ਤੁਸੀਂ 15 ਲੱਖ ਰੁਪਇਆ ਜਿੱਤ ਚੁੱਕੇ ਹੋ। ਹੁਣ ਇਸ ਅਮਾਊਂਟ ਨੂੰ ਪ੍ਰਾਪਤ ਕਰਨ ਲਈ ਤੁਸੀਂ ਇਸ ਕੰਟੈਕਟ ਨੰਬਰ 'ਤੇ ਕੰਟੈਕਟ ਕਰਨਾ ਹੈ ਤੇ ਉਸ ਵਿੱਚ ਤੁਹਾਡੇ ਤੋਂ ਜੋ ਜਾਣਕਾਰੀ ਪੁੱਛੀ ਜਾਏਗੀ ਤੁਸੀਂ ਉਸ ਨੂੰ ਦੱਸਣੀ ਹੈ। ਅਗਰ ਕੋਈ ਅਜਿਹੇ ਝਾਂਸੇ ਵਿੱਚ ਫਸ ਜਾਂਦਾ ਤਾਂ ਅਜਿਹੇ ਅਪਰਾਧੀ ਉਸ ਵਿਅਕਤੀ ਦੇ ਖਾਤੇ ਵਿੱਚ ਪਏ ਸਾਰੇ ਪੈਸੇ ਉਡਾ ਦਿੰਦੇ ਨੇ। ਹੈਕਿੰਗ ਦਾ ਪੰਜਾਬੀ ਅਨੁਵਾਦ ਹੁੰਦਾ ਚੀਰ-ਫਾੜ ਕਰਨਾ ਜਾਂ ਕੱਟਣਾ। ਜਦੋਂ ਕੋਈ ਸਾਈਬਰ ਅਪਰਾਧੀ ਕਿਸੇ ਤਕਨੀਕ ਰਾਹੀਂ ਕਿਸੇ ਦੂਸਰੇ ਵਿਅਕਤੀ ਦੇ ਕੰਪਿਊਟਰ, ਖਾਤੇ, ਵੈਬਸਾਈਟ ਜਾਂ ਕਿਸੇ ਵੀ ਕਿਸਮ ਦੀ ਆਨਲਾਈਨ ਆਈਡੀ ਨਾਲ ਛੇੜਛਾੜ ਕਰਦਾ ਹੈ ਤਾਂ ਉਸ ਨੂੰ ਹੈਕਿੰਗ ਕਹਿੰਦੇ ਹੈ, ਜਿਵੇਂ ਕਿਸੇ ਦੀ ਈਮੇਲ ਆਈਡੀ, ਬੈਂਕ ਖਾਤੇ ਜਾਂ ਵੈਬਸਾਈਟ ਨੂੰ ਹੈਕ ਕਰਨਾ। ਸਪੈਮਿੰਗ ਦਾ ਅਰਥ ਹੁੰਦਾ ਹੈ ਫਾਲਤੂ ਪਦਾਰਥ ਜਾਂ ਕਚਰਾ। ਜਦੋਂ ਕਿਸੇ ਵਿਅਕਤੀ ਜਾਂ ਕਿਸੇ ਕੰਪਨੀ ਦੁਆਰਾ ਅਣਜਾਣ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੂੰ ਬਿਨਾਂ ਆਗਿਆ ਫਾਲਤੂ ਦੀਆਂ ਈਮੇਲਾਂ ਜਾਂ ਸੰਦੇਸ਼ ਭੇਜੇ ਜਾਂਦੇ ਹਨ ਅਤੇ ਬਾਰ-ਬਾਰ ਕਿਸੇ ਵਸਤੂ ਵੱਲ ਉਕਸਾਇਆ ਜਾਂਦਾ ਹੈ, ਇਸ ਪ੍ਰਕਿਰਿਆ ਨੂੰ ਸਪੈਮਿੰਗ ਕਿਹਾ ਜਾਂਦਾ ਹੈ। ਈਮੇਲ ਸਪੂਫਿੰਗ। ਇਸ ਵਿੱਚ ਕਿਸੇ ਅਣਜਾਣ ਵਿਅਕਤੀ ਦੁਆਰਾ
ਆਪਣੇ ਅਤੇ ਆਪਣੇ ਪਤੇ ਦੀ ਜਾਣਕਾਰੀ ਗੁਪਤ ਰੱਖ ਕੇ ਈਮੇਲ ਜਾਂ ਸੰਦੇਸ਼ ਭੇਜੇ ਜਾਂਦੇ ਹਨ। ਪਰ ਈਮੇਲ ਜਾਂ ਸੰਦੇਸ਼ ਭੇਜਣ ਵਾਲੇ ਅਸਲੀ ਵਿਅਕਤੀ ਨੇ ਆਪਣੇ ਪਤੇ ਦੀ ਜਗ੍ਹਾ ਸੰਦੇਸ਼ ਪ੍ਰਾਪਤ ਕਰਨ ਵਾਲੇ ਵਿਅਕਤੀ ਦੇ ਜਾਣੇ ਪਹਿਚਾਣੇ ਕਿਸੇ ਪਤੇ ਨੂੰ ਯੂਜ਼ ਕੀਤਾ ਹੁੰਦਾ ਹੈ। ਅਣਜਾਣ ਵਿਅਕਤੀ ਇਸ ਚੱਕਰਵਿਊਹ ਵਿੱਚ ਫਸ ਕੇ ਆਪਣੀ ਗੁਪਤ ਸੂਚਨਾ ਅਜਿਹੇ ਪਤੇ ਤੇ ਸਾਂਝੀ ਕਰ ਬੈਠਦਾ ਹੈ ਤੇ ਫਸ ਜਾਂਦਾ ਹੈ। ਜਿਵੇਂ ਕਿ ਤੁਸੀਂ ਇਸ ਚਿੱਤਰ ਵਿੱਚ ਦੇਖ ਸਕਦੇ ਹੋ ਕਿ ਮੀਰਾ ਦਾ ਕੰਪਿਊਟਰ ਹੈ ਜਿਹੜਾ ਮਾਲਵੇਅਰ ਨਾਲ ਇਨਫੈਕਟਡ ਹੋ ਗਿਆ ਹੈ ਤੇ ਉਸ ਮਾਲਵੇਅਰ ਨੇ ਮੀਰਾ ਦੇ ਕੰਪਿਊਟਰ ਵਿੱਚ ਪਏ ਚਾਰਲੀ ਅਤੇ ਬੌਬ ਦੇ ਈਮੇਲ ਐਡਰੈਸ ਗੈਟ ਕਰ ਲਏ ਨੇ ਤੇ ਅੱਗੇ ਬੌਬ ਦੇ ਈਮੇਲ ਐਡਰੈਸ ਵਰਗਾ ਹੂਬਹੂ ਡੁਪਲੀਕੇਟ ਐਡਰੈਸ ਬਣਾ ਕੇ ਉਸ ਐਡਰੈਸ ਤੋਂ ਚਾਰਲੀ ਨੂੰ ਇੱਕ ਮੇਲ ਕੀਤੀ ਗਈ ਜਿਸ ਵਿੱਚ ਚਾਰਲੀ ਤੋਂ ਕੋਈ ਗੁਪਤ ਸੂਚਨਾ ਮੰਗੀ ਗਈ ਹੋਵੇਗੀ ਤੇ ਚਾਰਲੀ ਅਗਰ ਕੋਈ ਅਣਜਾਣ ਵਿਅਕਤੀ ਹੈ ਤਾਂ ਉਹ ਇਹੀ ਸਮਝੇਗਾ ਕਿ ਇਹ ਈਮੇਲ ਤਾਂ ਬੌਬ ਨੇ ਕੀਤੀ ਹੈ ਤੇ ਉਹ ਆਪਣੀ ਗੁਪਤ ਸੂਚਨਾ ਇਸ ਪਤੇ ਤੇ ਸੈਂਡ ਕਰ ਦੇਗਾ। ਬਸ ਈਮੇਲ ਨਾਲ ਸੰਬੰਧਿਤ ਇਸ ਤਰ੍ਹਾਂ ਦੇ ਰਚੇ ਗਏ ਚੱਕਰਵਿਊਹ ਨੂੰ ਈਮੇਲ ਸਪੂਫਿੰਗ ਕਿਹਾ ਜਾਂਦਾ ਹੈ। Denial of service attack. This is achieved by flooding the server's request queue with fake requests. After this, server will not be able to handle the requests of legitimate users. ਇਸ ਵਿੱਚ ਅਟੈਕਰ ਕੀ ਕਰਦਾ ਹੈ, ਸਰਵਰ ਨੂੰ ਬਹੁਤ ਸਾਰੀਆਂ ਫੇਕ ਰਿਕੁਐਸਟਸ ਭੇਜ ਦਿੰਦਾ ਹੈ ਤੇ ਸਰਵਰ ਪੂਰੀ ਤਰ੍ਹਾਂ ਬਿਜ਼ੀ ਹੋ ਜਾਂਦਾ ਹੈ, ਜਿਸ ਨਾਲ ਉਸ ਸਰਵਰ ਨੂੰ ਯੂਜ਼ ਕਰਨ ਵਾਲੇ ਜਿਹੜੇ ਅਸਲੀ ਯੂਜ਼ਰ ਹੁੰਦੇ ਆ ਉਹਨਾਂ ਦਾ ਸਾਰਿਆਂ ਦਾ ਕੰਮ ਸਫਰ ਹੋ ਜਾਂਦਾ ਹੈ। ਕਹਿਣ ਦਾ ਭਾਵ ਉਹਨਾਂ ਦੀ ਸਪੀਡ ਬਹੁਤ ਜ਼ਿਆਦਾ ਲੋ ਹੋ ਜਾਂਦੀ ਹੈ। ਵੈਬ ਜੈਕਿੰਗ, ਇਸ ਵਿੱਚ ਹੈਕਰ ਦੁਆਰਾ ਆਪਣੇ ਨਿੱਜੀ ਹਿੱਤਾਂ ਲਈ ਦੂਜਿਆਂ ਦੀ ਕਿਸੇ ਵੀ ਵੈਬਸਾਈਟ ਨੂੰ ਜੈਕ ਕਰਕੇ ਉਸ ਵਿੱਚ ਅਣਅਧਿਕਾਰਤ ਬਦਲਾਅ ਕੀਤੇ ਜਾਂਦੇ ਹਨ। ਇਹ ਅਪਰਾਧ ਵੈਬ ਜੈਕਿੰਗ ਅਖਵਾਉਂਦਾ ਹੈ। ਕੁਝ ਸਮਾਂ ਪਹਿਲਾਂ ਵੈਬ ਹੈਕਰਾਂ ਦੁਆਰਾ ਮਿਨਿਸਟਰੀ ਆਫ ਇਨਫੋਰਮੇਸ਼ਨ ਟੈਕਨੋਲੋਜੀ ਅਤੇ ਬੰਬੇ ਕ੍ਰਾਈਮ ਬ੍ਰਾਂਚ ਦੀ ਵੈਬਸਾਈਟ ਨੂੰ ਹੈਕ ਕਰਕੇ ਅਜਿਹਾ ਹੀ ਕੀਤਾ ਗਿਆ ਸੀ। ਜਿਵੇਂ ਕਿ ਤੁਸੀਂ ਇਸ ਚਿੱਤਰ ਵਿੱਚ ਦੇਖ ਸਕਦੇ ਹੋ, ਅਟੈਕਰ ਨੇ ਲੌਗਇਨ ਪੇਜ ਦਾ QR ਕੋਡ ਕ੍ਰੀਏਟ ਕਰ ਲਿਆ ਤੇ ਉਹੀ QR ਕਿਸੇ ਰੂਪ ਦੇ ਵਿੱਚ ਵਿਕਟਿਮ ਨੂੰ ਭੇਜ ਦਿੱਤਾ। ਵਿਕਟਿਮ ਨੇ ਜਿਵੇਂ ਹੀ ਆਪਣੇ ਮੋਬਾਈਲ ਦੇ ਜ਼ਰੀਏ ਜਾਂ ਕਿਸੇ ਹੋਰ ਡਿਵਾਈਸ ਦੇ ਜ਼ਰੀਏ ਉਹ QR ਕੋਡ ਸਕੈਨ ਕੀਤਾ ਤਾਂ ਨਾਲ ਦੀ ਨਾਲ ਜਿਹੜਾ ਉਸ ਦੀ ਵੈਬਸਾਈਟ ਦਾ ਜਾਂ ਉਸ ਦੇ ਮੋਬਾਈਲ ਦਾ ਸਾਰਾ ਕੰਟਰੋਲ ਅਟੈਕਰ ਕੋਲ ਚਲਾ ਗਿਆ। ਇੰਟਰਨੈਟ ਟਾਈਮ ਥੈਫਟ, ਇੰਟਰਨੈਟ ਟਾਈਮ ਦੀ ਚੋਰੀ। ਇੰਟਰਨੈਟ ਟਾਈਮ ਥੈਫਟ ਇੱਕ ਅਜਿਹਾ ਅਪਰਾਧ ਹੈ ਜਿਸ ਵਿੱਚ ਕੋਈ ਵਿਅਕਤੀ ਕਿਸੇ ਦੂਸਰੇ ਵਿਅਕਤੀ ਦਾ ਯੂਜ਼ਰ ਆਈਡੀ ਤੇ ਪਾਸਵਰਡ ਚੁਰਾ ਕੇ ਉਹਦੇ ਖਾਤੇ ਵਿੱਚੋਂ ਡਾਟਾ ਉਹਦੀ ਮਰਜ਼ੀ ਤੋਂ ਬਗੈਰ ਚੋਰੀ ਵਰਤਦਾ ਹੈ। ਅੱਜ ਕੱਲ੍ਹ ਵਾਈਫਾਈ ਇੰਟਰਨੈਟ ਦੀ ਸੁਵਿਧਾ ਕਾਰਨ ਅਜਿਹੀਆਂ ਕਾਰਵਾਈਆਂ ਆਮ ਹੀ ਹੋ ਗਈਆਂ ਹਨ। ਅਜਿਹੇ ਸੌਫਟਵੇਅਰ ਆਮ ਹੋ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਕਿਸੇ ਦੇ ਵਾਈਫਾਈ ਦਾ ਪਾਸਵਰਡ ਆਸਾਨੀ ਨਾਲ ਚੁਰਾਇਆ ਜਾ ਸਕਦਾ ਹੈ ਤੇ ਉਸ ਦਾ ਇੰਟਰਨੈਟ ਟਾਈਮ ਯੂਜ਼ ਕੀਤਾ ਜਾ ਸਕਦਾ ਹੈ। ਸਲੈਮੀ ਅਟੈਕ, ਸਲੈਮੀ ਅਟੈਕ ਖਤਰਨਾਕ ਆਨਲਾਈਨ ਹਮਲਿਆਂ ਵਿੱਚੋਂ ਇੱਕ ਹੈ। ਇਸ ਤਰ੍ਹਾਂ ਦੇ ਆਨਲਾਈਨ ਹਮਲੇ ਆਮ ਤੌਰ ਤੇ ਬੈਂਕਿੰਗ ਖੇਤਰ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਇਸ ਤਰ੍ਹਾਂ ਦੇ ਆਨਲਾਈਨ ਹਮਲੇ ਦੌਰਾਨ ਕਿਸੇ ਬੈਂਕ ਦੇ ਗ੍ਰਾਹਕਾਂ ਦੇ ਖਾਤਿਆਂ ਵਿੱਚੋਂ ਥੋੜੇ ਸਮੇਂ ਬਾਅਦ ਪੈਸੇ ਕੱਢ ਕੇ ਕਿਸੇ ਅਣਜਾਣ ਵਿਅਕਤੀ ਯਾਨੀ ਕਿ ਸਲਾਮੀ ਅਟੈਕਰ ਦੇ ਖਾਤੇ ਵਿੱਚ ਜਮ੍ਹਾਂ ਕੀਤੇ ਜਾਂਦੇ ਹਨ ਤੇ ਗ੍ਰਾਹਕ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਚੱਲਦਾ। ਸਲੈਮੀ ਅਟੈਕਰ ਸਿਰਫ ਉਹਨਾਂ ਗ੍ਰਾਹਕਾਂ ਦੇ ਖਾਤਿਆਂ ਨੂੰ ਨਿਸ਼ਾਨਾ ਬਣਾਉਂਦੇ ਨੇ ਜਿਨ੍ਹਾਂ ਗ੍ਰਾਹਕਾਂ ਦੇ ਖਾਤਿਆਂ ਵਿੱਚ ਰਾਸ਼ੀ ਜ਼ਿਆਦਾ ਰਹਿੰਦੀ ਹੈ ਤੇ ਪੈਸੇ ਦਾ ਲੈਣ ਦੇਣ ਜ਼ਿਆਦਾ ਹੁੰਦਾ ਹੈ। ਹੁਣ ਅਗਰ ਕਿਸੇ ਜ਼ਿਆਦਾ ਲੈਣ ਦੇਣ ਵਾਲੇ ਵਿਅਕਤੀ ਦੇ ਖਾਤੇ ਵਿੱਚੋਂ ਹਰ ਹਫ਼ਤੇ ਬਾਅਦ 5-4 ਰੁਪਏ ਉਡਾ ਲਏ ਜਾਣ ਤਾਂ ਅਜਿਹੇ ਵਿਅਕਤੀ ਨੂੰ ਪਤਾ ਵੀ ਨਹੀਂ ਚੱਲਣਾ। ਬਸ ਸਲੈਮੀ ਅਟੈਕਰ ਅਜਿਹੇ ਹੀ ਕੰਮ ਕਰਦੇ ਨੇ। ਅਜਿਹੇ ਲੱਖਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਕੇ ਕਰੋੜਾਂ ਰੁਪਇਆਂ ਦਾ ਚੂਨਾ ਲਗਾ ਜਾਂਦੇ ਨੇ। ਡਾਟਾ ਡਿਡਲਿੰਗ, ਡਿਡਲਿੰਗ ਦਾ ਅਰਥ ਹੁੰਦਾ ਹੈ ਨਸ਼ਟ ਕਰ ਦੇਣਾ ਜਾਂ ਤਬਾਹ ਕਰ ਦੇਣਾ। ਸਾਈਬਰ ਹਮਲਿਆਂ ਦੀ ਦੁਨੀਆ ਵਿੱਚ ਡਾਟਾ ਡਿਡਲਿੰਗ ਇੱਕ ਅਜਿਹਾ ਅਪਰਾਧ ਹੈ ਜਿਸ ਵਿੱਚ ਕਿਸੇ ਸਾਈਬਰ ਅਟੈਕਰ ਦੁਆਰਾ ਕਿਸੇ ਵਿਅਕਤੀ ਦੁਆਰਾ ਭਰੇ ਜਾ ਰਹੇ ਆਨਲਾਈਨ ਅੰਕੜਿਆਂ ਜਾਂ ਹੋਰ ਕਿਸੇ ਕਿਸਮ ਦੀ ਸੂਚਨਾ ਨੂੰ ਨਸ਼ਟ ਕਰਕੇ ਉਹਦੀ ਜਗ੍ਹਾ ਕਿਸੇ ਹੋਰ ਸੂਚਨਾ ਨੂੰ ਇਨਪੁਟ ਵਜੋਂ ਵਰਤ ਕੇ ਆਪਣੇ ਨਿੱਜੀ ਹਿੱਤਾਂ ਅਨੁਸਾਰ ਆਉਟਪੁੱਟ ਪ੍ਰਾਪਤ ਕੀਤੀ ਜਾਂਦੀ ਹੈ। ਇਸ ਪਿਕਚਰ ਵਿੱਚ ਇਹ ਯੂਜ਼ਰ ਸਰਵਰ ਨੂੰ ਕਿਸੇ ਕਿਸਮ ਦਾ ਕੋਈ ਡਾਟਾ ਸੈਂਡ ਕਰ ਰਿਹਾ ਹੈ। ਇਹ ਸਾਈਬਰ ਅਟੈਕਰ ਇਸ ਕਮਿਊਨੀਕੇਸ਼ਨ ਨੂੰ ਰਸਤੇ ਵਿੱਚ ਹੀ ਇੰਟਰਸੈਪਟ ਕਰਕੇ ਇਸ ਵਿਚਲਾ ਡਾਟਾ ਜੋ ਹੈ ਉਹ ਆਪਣੇ ਅਨੁਸਾਰ ਬਦਲ ਲਏਗਾ। ਹੁਣ ਸਰਵਰ ਇਸ ਡਾਟੇ ਨੂੰ ਪ੍ਰੋਸੈਸ ਕਰਨ ਤੋਂ ਬਾਅਦ ਜੋ ਨਤੀਜਾ ਪੈਦਾ ਕਰੇਗਾ ਉਹ ਇਸ ਅਟੈਕਰ ਦੀ ਮਰਜ਼ੀ ਦੇ ਹੋਣਗੇ। ਇਸੇ ਨੂੰ ਕਹਿੰਦੇ ਆ ਡਾਟਾ ਡਿਡਲਿੰਗ। ਇਹ ਤਾਂ ਸੀ ਕਈ ਕਿਸਮ ਦੇ ਸਾਈਬਰ ਹਮਲੇ। ਹੁਣ ਆਪਾਂ ਦੇਖਦੇ ਹਾਂ ਕਿ ਇਹਨਾਂ ਸਾਈਬਰ ਹਮਲਿਆਂ ਦੇ ਕਾਰਨ ਕੀ ਨੇ। ਕਾਜ਼ਸ ਆਫ ਸਾਈਬਰ ਥ੍ਰੈਟਸ।
ਵਧ ਰਹੀ ਟੈਕਨੋਲੋਜੀ ਅਤੇ ਇੰਟਰਨੈਟ ਦੀ ਵਰਤੋਂ ਕਾਰਨ ਸਾਈਬਰ ਹਮਲਿਆਂ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ। ਆਓ ਉਹਨਾਂ ਕਾਰਨਾਂ ਅਤੇ ਕਮੀਆਂ 'ਤੇ ਵਿਚਾਰ ਕਰੀਏ ਜਿਨ੍ਹਾਂ ਕਾਰਨ ਇਹ ਸਾਈਬਰ ਹਮਲੇ ਦਿਨ-ਬ-ਦਿਨ ਵੱਧ ਰਹੇ ਨੇ। ਸਭ ਤੋਂ ਪਹਿਲਾ ਕਾਰਨ ਹੈ ਜੀ ਇੰਟਰਨੈਟ ਤੱਕ ਆਸਾਨ ਪਹੁੰਚ। ਸਾਈਬਰ ਹਮਲੇ ਵਧਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਇੰਟਰਨੈਟ ਤੱਕ ਆਸਾਨ ਪਹੁੰਚ, ਕਿਉਂਕਿ ਅਜੋਕੇ ਸਮੇਂ ਵਿੱਚ ਇੰਟਰਨੈਟ ਦੀ ਵਰਤੋਂ ਕਰਨਾ ਹਰ ਇੱਕ ਵਿਅਕਤੀ ਲਈ ਬਹੁਤ ਆਸਾਨ ਹੋ ਗਿਆ ਤੇ ਮਾਰਕੀਟ ਵਿੱਚ ਵੱਖ-ਵੱਖ ਇੰਟਰਨੈਟ ਸਰਵਿਸ ਪ੍ਰੋਵਾਈਡਰ ਦੇ ਆਉਣ ਨਾਲ ਇੰਟਰਨੈਟ ਦੇ ਸਰਵਿਸ ਪੈਕ ਬਹੁਤ ਘੱਟ ਰੇਟਾਂ ਤੇ ਘਰ ਬੈਠੇ ਹੀ ਪ੍ਰਾਪਤ ਹੋ ਜਾਂਦੇ ਨੇ, ਜੋ ਕਿ ਸਾਈਬਰ ਅਪਰਾਧੀਆਂ ਲਈ ਇੱਕ ਸੁਨਹਿਰੀ ਮੌਕਾ ਪੈਦਾ ਕਰ ਰਹੇ ਨੇ। ਕਿਉਂਕਿ ਇੰਟਰਨੈਟ ਤੇ ਆਸਾਨ ਪਹੁੰਚ ਕਾਰਨ ਹਰ ਵਿਅਕਤੀ ਬਹੁਤ ਜ਼ਿਆਦਾ ਸਮਾਂ ਇੰਟਰਨੈਟ ਤੇ ਬਤੀਤ ਕਰਦਾ ਹੈ ਅਤੇ ਕਈ ਤਰ੍ਹਾਂ ਦੀ ਨਿੱਜੀ ਜਾਣਕਾਰੀ ਵੀ ਵੱਖ-ਵੱਖ ਤਰੀਕਿਆਂ ਰਾਹੀਂ ਇੰਟਰਨੈਟ ਤੇ ਸ਼ੇਅਰ ਕਰ ਰਿਹਾ ਹੈ। ਇਸ ਨਾਲ ਸਾਈਬਰ ਹਮਲਾਵਰਾਂ ਨੂੰ ਸਾਈਬਰ ਹਮਲੇ ਕਰਨ ਵਿੱਚ ਬਲ ਮਿਲਦਾ ਹੈ। ਦੂਸਰਾ ਹੈ ਜੀ ਤਕਨੀਕੀ ਜਾਣਕਾਰੀ ਦੀ ਘਾਟ, ਲੈਕ ਆਫ ਟੈਕਨੀਕਲ ਇਨਫੋਰਮੇਸ਼ਨ। ਸਾਈਬਰ ਹਮਲਿਆਂ ਦੇ ਵਧਣ ਦਾ ਇੱਕ ਕਾਰਨ ਤਕਨੀਕੀ ਜਾਣਕਾਰੀ ਘੱਟ ਹੋਣਾ ਵੀ ਹੈ, ਕਿਉਂਕਿ ਇੰਟਰਨੈਟ ਦੀ ਆਸਾਨ ਪਹੁੰਚ ਕਾਰਨ ਅੱਜਕੱਲ੍ਹ ਹਰ ਵਿਅਕਤੀ ਇਸ ਦੀ ਵਰਤੋਂ ਤਾਂ ਕਰ ਰਿਹਾ ਹੈ, ਪਰ ਉਸ ਨੂੰ ਤਕਨੀਕੀ ਜਾਣਕਾਰੀ ਬਿਲਕੁਲ ਨਹੀਂ ਹੁੰਦੀ। ਉਹ ਬਿਨਾਂ ਕੁਝ ਸੋਚੇ ਸਮਝੇ ਕਿਸੇ ਨਾ ਕਿਸੇ ਅਜਿਹੇ ਲਿੰਕਸ ਜਾਂ ਵੈਬਸਾਈਟਾਂ ਨੂੰ ਖੋਲ੍ਹ ਲੈਂਦਾ ਹੈ ਜਿੱਥੇ ਕਿ ਉਹਨਾਂ ਤੋਂ ਕਿਸੇ ਨਾ ਕਿਸੇ ਕਿਸਮ ਦੀ ਗੁਪਤ ਜਾਣਕਾਰੀ ਜਿਵੇਂ ਕ੍ਰੈਡਿਟ ਕਾਰਡ, ਡੈਬਿਟ ਕਾਰਡ ਆਦਿ ਦਾ ਨੰਬਰ, ਪਾਸਵਰਡ ਵਗੈਰਾ ਭਰਨ ਲਈ ਕਿਹਾ ਜਾਂਦਾ ਹੈ ਜਾਂ ਉਹਨਾਂ ਤੋਂ ਕਿਸੇ ਕਿਸਮ ਦਾ OTP ਮੰਗਿਆ ਜਾਂਦਾ ਹੈ, ਤਾਂ ਉਹ ਅਜਿਹੇ ਸਾਈਬਰ ਹਮਲਾਵਰਾਂ ਦੇ ਚੱਕਰਵਿਊਹ 'ਚ ਫਸ ਜਾਂਦਾ ਹੈ, ਜਿਸ ਕਾਰਨ ਉਹਨੂੰ ਬਹੁਤ ਨੁਕਸਾਨ ਝੱਲਣਾ ਪੈਂਦਾ ਹੈ। ਤੀਸਰਾ ਕਾਰਨ ਹੈ ਜੀ ਸਿਕਿਉਰਿਟੀ ਅਤੇ ਪ੍ਰਾਈਵੇਸੀ ਦੀ ਸੁਚੱਜੀ ਵਰਤੋਂ ਨਾ ਕਰਨਾ, ਨੋ ਯੂਜ਼ ਆਫ ਸਿਕਿਉਰਿਟੀ ਐਂਡ ਪ੍ਰਾਈਵੇਸੀ। ਸਾਈਬਰ ਹਮਲੇ ਵਧਣ ਦਾ ਇੱਕ ਕਾਰਨ ਇਹ ਵੀ ਹੈ ਕਿ ਬਹੁਤ ਸਾਰੇ ਇੰਟਰਨੈਟ ਵਰਤੋਂਕਾਰ ਇੰਟਰਨੈਟ ਦੀ ਵਰਤੋਂ ਕਰਦੇ ਸਮੇਂ ਕਿਸੇ ਤਰ੍ਹਾਂ ਦੀ ਸਿਕਿਉਰਿਟੀ ਜਾਂ ਪ੍ਰਾਈਵੇਸੀ ਦੀ ਵਰਤੋਂ ਨਹੀਂ ਕਰਦੇ, ਜਿਸ ਕਰਕੇ ਸਾਈਬਰ ਹਮਲਾਵਰ ਆਸਾਨੀ ਨਾਲ ਉਹਨਾਂ ਦੇ ਕੰਪਿਊਟਰ ਜਾਂ ਕਿਸੇ ਵੀ ਕਿਸਮ ਦੇ ਆਨਲਾਈਨ ਖਾਤਿਆਂ ਨੂੰ ਆਸਾਨੀ ਨਾਲ ਅਸੈਸ ਕਰ ਲੈਂਦੇ ਨੇ। ਅਪਰਾਧਿਕ ਬੁੱਧੀ ਜਾਂ ਬਦਲੇ ਦੀ ਭਾਵਨਾ, ਕ੍ਰਿਮੀਨਲ ਵਿਜ਼ਡਮ ਔਰ ਫੀਲਿੰਗ ਆਫ ਰਿਵੈਂਜ। ਅਜੋਕੇ ਸਮੇਂ ਵਿੱਚ ਬਹੁਤ ਸਾਰੇ ਮਨੁੱਖਾਂ ਦੀ ਅਪਰਾਧਿਕ ਬੁੱਧੀ ਅਤੇ ਬਦਲੇ ਦੀ ਭਾਵਨਾ ਕਰਕੇ ਵੀ ਸਾਈਬਰ ਹਮਲੇ ਵੱਧ ਰਹੇ ਹਨ, ਕਿਉਂਕਿ ਅਜੋਕੇ ਸਮੇਂ ਵਿੱਚ ਕਿਸੇ ਰਾਜਨੀਤਿਕ ਜਾਂ ਵਪਾਰਕ ਰੰਜਿਸ਼ ਦੇ ਚੱਲਦੇ ਸਰੀਰਕ ਹਮਲਿਆਂ ਦੀ ਜਗ੍ਹਾ ਸਾਈਬਰ ਹਮਲਿਆਂ ਰਾਹੀਂ ਆਪਣੇ ਵਿਰੋਧੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਦੌੜ ਲੱਗੀ ਰਹਿੰਦੀ ਹੈ। ਇਸ ਤੋਂ ਇਲਾਵਾ ਅਪਰਾਧਿਕ ਵਿਰਤੀ ਵਾਲੇ ਲੋਕ ਆਪਣੇ ਆਰਥਿਕ ਜਾਂ ਵਪਾਰਕ ਹਿੱਤਾਂ ਨੂੰ ਪੂਰਾ ਕਰਨ ਲਈ ਸਾਈਬਰ ਹਮਲਿਆਂ ਦਾ ਸਹਾਰਾ ਲੈ ਰਹੇ ਨੇ, ਕਿਉਂਕਿ ਅਜਿਹੇ ਹਮਲਿਆਂ ਲਈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਰੀਰਕ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ। ਉਹ ਘਰ ਬੈਠੇ ਹੀ ਆਪਣੇ ਵਿਰੋਧੀ ਨੂੰ ਆਨਲਾਈਨ ਨੁਕਸਾਨ ਪਹੁੰਚਾ ਸਕਦੇ ਨੇ। IT ਅਪਰਾਧ ਅਤੇ ਕਾਨੂੰਨ ਦੀ ਅਗਿਆਨਤਾ। ਸਾਈਬਰ ਹਮਲਿਆਂ ਦੀ ਤਾਦਾਦ ਇਸ ਕਰਕੇ ਵੀ ਵੱਧਦੀ ਜਾ ਰਹੀ ਹੈ ਕਿਉਂਕਿ ਬਹੁਤੇ ਲੋਕਾਂ ਨੂੰ IT ਅਪਰਾਧ ਅਤੇ ਉਸ ਸੰਬੰਧੀ ਬਣੇ ਕਾਨੂੰਨਾਂ ਦਾ ਗਿਆਨ ਨਹੀਂ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇਕਰ ਉਹ ਕਿਸੇ ਕਿਸਮ ਦਾ ਸਾਈਬਰ ਅਪਰਾਧ ਕਰਦੇ ਹਨ ਤਾਂ ਉਹਨਾਂ ਨੂੰ ਸਜ਼ਾ ਜਾਂ ਜੁਰਮਾਨਾ ਵੀ ਹੋ ਸਕਦਾ ਹੈ। ਇਸ ਅਗਿਆਨਤਾ ਕਾਰਨ ਵੀ ਕਈ ਲੋਕ ਸਾਈਬਰ ਅਪਰਾਧਾਂ ਦੀ ਦੁਨੀਆ ਵਿੱਚ ਸ਼ਾਮਲ ਹੋ ਰਹੇ ਨੇ। ਮੋਬਾਈਲ ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ। ਐਕਸੈਸਿਵ ਯੂਜ਼ ਆਫ ਮੋਬਾਈਲ ਟੈਕਨੋਲੋਜੀ ਐਂਡ ਸੋਸ਼ਲ ਮੀਡੀਆ। ਸਾਈਬਰ ਹਮਲਿਆਂ ਵਿੱਚ ਵਾਧਿਆਂ ਦਾ ਇੱਕ ਸਭ ਤੋਂ ਵੱਡਾ ਕਾਰਨ ਹੈ ਮੋਬਾਈਲ ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ। ਅਜੋਕੇ ਸਮੇਂ ਵਿੱਚ ਦੁਨੀਆ ਭਰ ਵਿੱਚ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ, ਜਿਸ ਨਾਲ ਸਾਈਬਰ ਹਮਲਿਆਂ ਵਿੱਚ ਵਾਧਾ ਹੋਣਾ ਸੁਭਾਵਿਕ ਹੈ, ਕਿਉਂਕਿ ਮੋਬਾਈਲ ਫੋਨਾਂ ਦੇ ਵਰਤੋਂਕਾਰ ਇੰਟਰਨੈਟ ਦੀ ਵਰਤੋਂ ਕਰਕੇ ਆਸਾਨੀ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਦੇ ਹਨ, ਜੋ ਕਿ ਬਹੁਤ ਵੱਡੇ ਪੱਧਰ 'ਤੇ ਹੋ ਵੀ ਰਹੀ ਹੈ। ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਐਪ ਹੋਸਟ ਦੁਆਰਾ ਕਈ ਤਰ੍ਹਾਂ ਦੀ ਸੂਚਨਾ ਵਰਤੋਂਕਾਰ ਤੋਂ ਆਨਲਾਈਨ ਭਰਵਾਈ ਜਾਂਦੀ ਹੈ ਤੇ ਕਈ ਵਾਰ ਮੋਬਾਈਲ ਫੋਨ ਵਰਤੋਂਕਾਰ ਵੱਲੋਂ ਗਲਤੀ ਨਾਲ ਵੀ ਕਿਸੇ ਤਰ੍ਹਾਂ ਦੀ ਗੁਪਤ ਸੂਚਨਾ ਸ਼ੇਅਰ ਹੋ ਜਾਂਦੀ ਹੈ ਜਾਂ ਕਿਸੇ ਲਿੰਕ ਤੇ ਕਲਿੱਕ ਕਰਨ ਉਪਰੰਤ ਮੰਗੀ ਗਈ ਸੂਚਨਾ ਨੂੰ ਭਰ ਕੇ ਸਬਮਿਟ ਕਰ ਦਿੱਤਾ ਜਾਂਦਾ ਹੈ। ਸਾਈਬਰ ਅਪਰਾਧੀ ਇਸ ਸੂਚਨਾ ਨੂੰ ਹੀ ਆਧਾਰ ਬਣਾ ਕੇ ਕਿਸੇ ਨਾ ਕਿਸੇ ਤਰ੍ਹਾਂ ਦਾ ਸਾਈਬਰ ਹਮਲਾ ਕਰ ਦਿੰਦੇ ਹਨ, ਜੋ ਕਿ ਕਿਸੇ ਨਾ ਕਿਸੇ ਯੂਜ਼ਰ ਨੂੰ ਮਾਲੀ ਜਾਂ ਮਾਨਸਿਕ ਨੁਕਸਾਨ ਪਹੁੰਚਾਉਂਦਾ ਹੈ। ਆਓ ਹੁਣ ਆਪਾਂ ਜਾਣੀਏ ਕਿ ਮਾਲਵੇਅਰ ਕੀ ਹੁੰਦਾ ਹੈ। ਵਾਟ ਇਜ਼ ਮਾਲਵੇਅਰ? ਮਾਲਵੇਅਰ ਅੰਗਰੇਜ਼ੀ ਭਾਸ਼ਾ ਦੇ ਦੋ ਸ਼ਬਦਾਂ ਮਾਲ ਅਤੇ ਵੇਅਰ ਦੇ ਸੁਮੇਲ ਤੋਂ ਬਣਿਆ ਹੈ। ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਮਲੀਸ਼ੀਅਸ ਪ੍ਰੋਗਰਾਮਾਂ ਦੇ ਸਮੂਹ ਨੂੰ ਮਾਲਵੇਅਰ ਕਿਹਾ ਜਾਂਦਾ ਹੈ, ਜੋ ਕਿਸੇ ਅਪਰਾਧਿਕ ਵਿਰਤੀ ਵਾਲੇ ਵਿਅਕਤੀਆਂ ਦੁਆਰਾ ਕੰਪਿਊਟਰ ਸਿਸਟਮ ਵਿੱਚ ਦਾਖਲ ਹੋ ਕੇ ਉਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਜਾਂ ਖਰਾਬ ਕਰਨ ਲਈ ਬਣਾਏ ਗਏ ਹੁੰਦੇ ਹਨ। ਇਹਨਾਂ ਮਲੀਸ਼ੀਅਸ ਸਾਫਟਵੇਅਰ ਦੇ ਕੰਮ ਕਰਨ ਦੇ ਢੰਗ ਅਤੇ ਕੰਪਿਊਟਰ ਸਿਸਟਮ ਨੂੰ ਨੁਕਸਾਨ ਪਹੁੰਚਾਉਣ ਦੇ ਆਧਾਰ 'ਤੇ ਇਹਨਾਂ ਨੂੰ ਅਲੱਗ-ਅਲੱਗ ਨਾਮ ਦਿੱਤੇ ਜਾਂਦੇ ਨੇ।
ਮਾਲਵੇਅਰ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ, ਜਿਨ੍ਹਾਂ ਵਿੱਚੋਂ ਕੁਝ ਕੁ ਆਪਾਂ ਇੱਥੇ ਡਿਸਕਸ ਕਰਨ ਜਾ ਰਹੇ ਹਾਂ। ਜਿਵੇਂ ਕਿ ਪਹਿਲੀ ਹੈ ਐਡਵੇਅਰ। ਐਡਵੇਅਰ ਉਹ ਮੈਲੀਸ਼ੀਅਸ ਪ੍ਰੋਗਰਾਮ ਹੁੰਦੇ ਨੇ ਜੋ ਕਿਸੇ ਐਡ ਔਨ ਦੇ ਰਾਹੀਂ ਕੰਪਿਊਟਰ ਵਿੱਚ ਦਾਖਲ ਹੋ ਕੇ ਕੰਪਿਊਟਰ ਪ੍ਰਣਾਲੀ ਨੂੰ ਦੂਸ਼ਿਤ ਕਰ ਦਿੰਦੇ ਨੇ, ਭਾਵ ਕੰਪਿਊਟਰ ਨੂੰ ਨੁਕਸਾਨ ਪਹੁੰਚਾਉਂਦੇ ਨੇ। ਇਹ ਉਸ ਸਮੇਂ ਕੰਪਿਊਟਰ 'ਚ ਦਾਖਲ ਹੋ ਜਾਂਦੇ ਨੇ ਜਦੋਂ ਯੂਜ਼ਰ ਦੁਆਰਾ ਇੰਟਰਨੈਟ ਸਰਫਿੰਗ ਸਮੇਂ ਕਿਸੇ ਅਣਚਾਹੀ ਐਡ ਔਨ ਤੇ ਕਲਿੱਕ ਕੀਤਾ ਜਾਂਦਾ ਹੈ। ਦੂਸਰੀ ਕਿਸਮ ਹੈ ਸਪਾਈਵੇਅਰ। ਸਪਾਈ ਸ਼ਬਦ ਦਾ ਅਰਥ ਹੈ ਜਾਸੂਸ। ਜਿਸ ਸ਼ਾਬਦਿਕ ਅਰਥ ਤੋਂ ਹੀ ਸਪਸ਼ਟ ਹੈ ਕਿ ਸਪਾਈਵੇਅਰ ਵੀ ਅਜਿਹੇ ਦੂਸ਼ਿਤ ਸੌਫਟਵੇਅਰ ਹੁੰਦੇ ਨੇ ਜੋ ਬਿਨਾਂ ਆਗਿਆ ਕਿਸੇ ਕੰਪਿਊਟਰ ਵਿੱਚ ਦਾਖਲ ਹੋ ਜਾਂਦੇ ਨੇ ਅਤੇ ਕੰਪਿਊਟਰ ਯੂਜ਼ਰ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਚੱਲਦਾ ਕਿ ਉਸ ਦੀ ਗੁਪਤ ਸੂਚਨਾ ਜਾਂ ਡਾਟਾ ਕਿਸੇ ਅਣਜਾਣ ਵਿਅਕਤੀ ਕੋਲ ਜਾ ਰਿਹਾ ਹੈ। ਇਸ ਤਰ੍ਹਾਂ ਇਹ ਦੂਸ਼ਿਤ ਸੌਫਟਵੇਅਰ ਇੱਕ ਜਾਸੂਸ ਦੀ ਤਰ੍ਹਾਂ ਕੰਮ ਕਰਦੇ ਨੇ ਤੇ ਇਹਨਾਂ ਨੂੰ ਸਪਾਈਵੇਅਰ ਕਿਹਾ ਜਾਂਦਾ ਹੈ। ਤੀਸਰੀ ਕਿਸਮ ਹੈ ਕੰਪਿਊਟਰ ਵਾਇਰਸ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਾਇਰਸ ਦਾ ਪੰਜਾਬੀ ਵਿੱਚ ਅਰਥ ਹੁੰਦਾ ਹੈ ਵਿਸ਼ਾਣੂ। ਜੇਕਰ ਕਿਸੇ ਵੀ ਕਿਸਮ ਦਾ ਕੋਈ ਵਿਸ਼ਾਣੂ ਮਨੁੱਖੀ ਸਰੀਰ ਵਿੱਚ ਦਾਖਲ ਹੋ ਜਾਵੇ ਤਾਂ ਸਰੀਰ ਵਿੱਚ ਇਨਫੈਕਸ਼ਨ ਫੈਲਾ ਦਿੰਦਾ ਹੈ, ਜੋ ਕਿ ਬਹੁਤ ਹੀ ਗੰਭੀਰ ਹੋ ਸਕਦੀ ਹੈ। ਠੀਕ ਇਸੇ ਤਰ੍ਹਾਂ ਕੰਪਿਊਟਰ ਵਾਇਰਸ ਵੀ ਕੰਪਿਊਟਰ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੇ ਨੇ। ਇਹ ਉਹ ਪ੍ਰੋਗਰਾਮ ਹੁੰਦੇ ਆ ਜੋ ਕੰਪਿਊਟਰ ਵਿੱਚ ਕਿਸੇ ਸੌਫਟਵੇਅਰ ਨਾਲ ਆ ਜੁੜਦੇ ਆ ਅਤੇ ਕੰਪਿਊਟਰ ਡਾਟੇ ਅਤੇ ਕੰਪਿਊਟਰ ਦੀ ਕਾਰਜ ਪ੍ਰਣਾਲੀ ਨੂੰ ਦੂਸ਼ਿਤ ਕਰ ਦਿੰਦੇ ਆ। ਕਈ ਵਾਰ ਤਾਂ ਇਹ ਇੰਨੇ ਗੰਭੀਰ ਹੁੰਦੇ ਨੇ ਕਿ ਕੰਪਿਊਟਰ ਦੇ ਆਪਰੇਟਿੰਗ ਸਿਸਟਮ ਨੂੰ ਹੀ ਪੂਰੀ ਤਰ੍ਹਾਂ ਨਸ਼ਟ ਕਰ ਦਿੰਦੇ ਨੇ। ਚੌਥੀ ਕਿਸਮ ਹੈ ਰੈਨਸਮਵੇਅਰ। ਅੰਗਰੇਜ਼ੀ ਦੇ ਰੈਨਸਮ ਸ਼ਬਦ ਦਾ ਅਰਥ ਹੈ ਫਿਰੌਤੀ। ਇਸ ਸ਼ਾਬਦਿਕ ਅਰਥ ਅਨੁਸਾਰ ਰੈਨਸਮਵੇਅਰ ਤੋਂ ਭਾਵ ਅਜਿਹੇ ਦੂਸ਼ਿਤ ਪ੍ਰੋਗਰਾਮ ਜਾਂ ਸੌਫਟਵੇਅਰ ਤੋਂ ਹੈ ਜੋ ਕੰਪਿਊਟਰ ਵਿੱਚ ਦਾਖਲ ਹੋ ਕੇ ਸਮੁੱਚੀ ਕੰਪਿਊਟਰ ਪ੍ਰਣਾਲੀ ਜਾਂ ਕਿਸੇ ਜ਼ਰੂਰੀ ਦਸਤਾਵੇਜ਼ ਨੂੰ ਲੌਕ ਕਰ ਦਿੰਦੇ ਨੇ ਅਤੇ ਇਸ ਤਰ੍ਹਾਂ ਦੇ ਸੌਫਟਵੇਅਰ ਨੂੰ ਕਿਸੇ ਦੇ ਕੰਪਿਊਟਰ ਵਿੱਚ ਪਹੁੰਚਾਉਣ ਵਾਲੇ ਅਪਰਾਧੀ ਦੁਆਰਾ ਕੰਪਿਊਟਰ ਨੂੰ ਅਨਲੌਕ ਕਰਨ ਦੇ ਬਦਲੇ ਪੈਸਿਆਂ ਦੀ ਫਿਰੌਤੀ ਮੰਗੀ ਜਾਂਦੀ ਹੈ। ਇਸ ਕਾਰਨ ਅਜਿਹੇ ਦੂਸ਼ਿਤ ਸੌਫਟਵੇਅਰਸ ਨੂੰ ਰੈਨਸਮਵੇਅਰ ਕਿਹਾ ਜਾਂਦਾ ਹੈ। ਕੰਪਿਊਟਰ ਵਰਮਸ। ਵਰਮਸ ਦਾ ਅਰਥ ਹੈ ਕੀੜਾ। ਇਸ ਸ਼ਾਬਦਿਕ ਅਰਥ ਦੇ ਆਧਾਰ ਤੇ ਕੰਪਿਊਟਰ ਵਰਮਸ ਇੱਕ ਤਰ੍ਹਾਂ ਦੇ ਕੰਪਿਊਟਰ ਵਾਇਰਸ ਹੀ ਹੁੰਦੇ ਨੇ ਜੋ ਕੰਪਿਊਟਰ ਵਾਇਰਸ ਦੇ ਮੁਕਾਬਲੇ ਜ਼ਿਆਦਾ ਗੰਭੀਰ ਹੁੰਦੇ ਨੇ। ਇਹ ਇੱਕ ਧੀਮੀ ਜ਼ਹਿਰ ਵਾਂਗ ਕੰਮ ਕਰਦੇ ਨੇ ਅਤੇ ਇਹ ਕੰਪਿਊਟਰ ਪ੍ਰਣਾਲੀ ਨੂੰ ਹੌਲੀ-ਹੌਲੀ ਅੰਦਰੋਂ ਅੰਦਰੀ ਘੁਣ ਵਾਂਗ ਖਾਂਦੇ ਰਹਿੰਦੇ ਨੇ ਅਤੇ ਕੰਪਿਊਟਰ ਯੂਜ਼ਰ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਦਾ ਕਿ ਉਸ ਦੇ ਕੰਪਿਊਟਰ ਵਿੱਚ ਕੋਈ ਅਜਿਹਾ ਪ੍ਰੋਗਰਾਮ ਦਾਖਲ ਹੋ ਗਿਆ ਹੈ। ਉਸ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਕੰਪਿਊਟਰ ਇੱਕਦਮ ਖਰਾਬ ਹੋ ਜਾਂਦਾ ਹੈ। ਛੇਵੀਂ ਕਿਸਮ ਹੈ ਜੀ ਟਰੋਜਨ ਹਾਰਸ। ਟਰੋਜਨ ਹਾਰਸ ਇੱਕ ਐਪਲੀਕੇਸ਼ਨ ਮਾਲਵੇਅਰ ਹੈ ਤੇ ਇਹ ਇੱਕ ਤਰ੍ਹਾਂ ਦਾ ਕੰਪਿਊਟਰ ਵਾਇਰਸ ਹੀ ਹੈ ਜੋ ਕੰਪਿਊਟਰ ਵਿੱਚ ਕਿਸੇ ਨੈਟਵਰਕ ਦੇ ਜ਼ਰੀਏ ਕਿਸੇ ਜਾਲੀ ਈਮੇਲ ਜਾਂ ਐਡ ਰਾਹੀਂ ਦਾਖਲ ਹੁੰਦਾ ਹੈ ਅਤੇ ਇਹ ਸ਼ੁਰੂ ਵਿੱਚ ਕੰਪਿਊਟਰ ਯੂਜ਼ਰ ਨਾਲ ਮਿੱਤਰਤਾ ਵਾਲਾ ਵਿਵਹਾਰ ਕਰਦਾ ਹੈ ਅਤੇ ਬਾਅਦ ਵਿੱਚ ਕੰਪਿਊਟਰ ਦਾ ਕੰਟਰੋਲ ਅਸਲ ਯੂਜ਼ਰ ਤੋਂ ਖੋਹ ਕੇ ਆਪਣੇ ਮਾਲਕ ਦੇ ਹੱਥ ਸੌਂਪ ਦਿੰਦਾ ਹੈ। ਇਸ ਤਰ੍ਹਾਂ ਦੇ ਮਾਲਵੇਅਰ ਕਿਸੇ ਵੀ ਕੰਪਿਊਟਰ ਸਿਸਟਮ ਨੂੰ ਕਰਪਟ ਕਰਨ, ਡੈਮੇਜ ਕਰਨ ਜਾਂ ਕਿਸੇ ਕਿਸਮ ਦਾ ਗੁਪਤ ਡਾਟਾ ਚੋਰੀ ਕਰਨ ਲਈ ਸਾਈਬਰ ਅਪਰਾਧੀਆਂ ਦੁਆਰਾ ਬਣਾ ਕੇ ਕਿਸੇ ਨੈਟਵਰਕ ਰਾਹੀਂ ਦੂਜੇ ਲੋਕਾਂ ਦੇ ਕੰਪਿਊਟਰਾਂ ਵਿੱਚ ਭੇਜੇ ਜਾਂਦੇ ਹਨ। ਸੱਤਵਾਂ ਹੈ ਜੀ ਬਰਾਊਜ਼ਰ ਹੈਕਿੰਗ ਜਾਂ ਹਾਈਜੈਕਿੰਗ ਸੌਫਟਵੇਅਰ। ਬਰਾਊਜ਼ਰ ਹੈਕਿੰਗ ਜਾਂ ਹਾਈਜੈਕਿੰਗ ਸੌਫਟਵੇਅਰ ਉਹ ਮਾਲਵੇਅਰ ਹੁੰਦੇ ਨੇ ਜੋ ਕਿਸੇ ਵੀ ਯੂਜ਼ਰ ਦੇ ਵੈਬ ਬਰਾਊਜ਼ਰ ਨੂੰ ਹੈਕ ਜਾਂ ਹਾਈਜੈਕ ਕਰਕੇ ਉਸ ਦੀ ਮਰਜ਼ੀ ਤੋਂ ਬਿਨਾਂ ਬਰਾਊਜ਼ਰ ਦੀਆਂ ਸੈਟਿੰਗਾਂ ਨੂੰ ਬਦਲ ਦਿੰਦੇ ਨੇ ਅਤੇ ਉਸ ਬਰਾਊਜ਼ਰ ਤੇ ਉਹ ਵੈਬਸਾਈਟਾਂ ਵੀ ਆਪਣੇ ਆਪ ਖੁੱਲ੍ਹਣ ਲਾ ਦਿੰਦੇ ਨੇ ਜਿਨ੍ਹਾਂ ਨੂੰ ਉਹ ਖੋਲ੍ਹਣਾ ਪਸੰਦ ਨਹੀਂ ਕਰਦਾ। ਇਸ ਤਰ੍ਹਾਂ ਦੇ ਮਾਲਵੇਅਰ ਪ੍ਰੋਗਰਾਮਾਂ ਨੂੰ ਬਰਾਊਜ਼ਰ ਹੈਕਿੰਗ ਜਾਂ ਬਰਾਊਜ਼ਰ ਹਾਈਜੈਕਿੰਗ ਕਿਹਾ ਜਾਂਦਾ ਹੈ। ਮਾਲਵੇਅਰ ਦੀ 8ਵੀਂ ਕਿਸਮ ਹੈ ਸਟੀਲਵੇਅਰ। ਸਟੀਲ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਚੋਰੀ। ਇਸ ਸ਼ਾਬਦਿਕ ਅਰਥ ਦੇ ਅਨੁਸਾਰ ਸਟੀਲਵੇਅਰ ਉਹ ਮਾਲਵੇਅਰ ਹੁੰਦੇ ਨੇ ਜੋ ਕਿਸੇ ਤਰ੍ਹਾਂ ਦੀ ਜ਼ਰੂਰੀ ਸੂਚਨਾ ਨੂੰ ਚੋਰੀ ਕਰਨ ਜਾਂ ਉਸ ਦੀ ਦਿਸ਼ਾ ਬਦਲਣ ਲਈ ਬਣਾਏ ਜਾਂਦੇ ਨੇ। ਇਹ ਮਾਲਵੇਅਰ ਆਮ ਤੌਰ ਤੇ ਬੈਂਕਿੰਗ ਖੇਤਰ ਵਿੱਚ ਪੈਸੇ ਦੇ ਆਦਾਨ ਪ੍ਰਦਾਨ ਨੂੰ ਪ੍ਰਭਾਵਿਤ ਕਰਦੇ ਨੇ, ਜਿਵੇਂ ਕਿ ਕਿਸੇ ਰਾਸ਼ੀ ਨੂੰ ਭੇਜਿਆ ਤਾਂ ਕਿਸੇ ਜਾਣਕਾਰ ਵਿਅਕਤੀ ਦੇ ਖਾਤੇ ਵਿੱਚ ਜਾਂਦਾ ਹੈ, ਪਰ ਸਟੀਲਵੇਅਰ ਨਾਮੀ ਮਾਲਵੇਅਰ ਇਸ ਦੀ ਦਿਸ਼ਾ ਨੂੰ ਕਿਸੇ ਸਾਈਬਰ ਅਪਰਾਧੀ ਜਿਸ ਨੇ ਇਸ ਸਟੀਲਵੇਅਰ ਨੂੰ ਡਿਵੈਲਪ ਕੀਤਾ ਹੈ ਉਹਦੇ ਖਾਤੇ ਵੱਲ ਮੋੜ ਦਿੰਦੇ ਨੇ। ਸਾਈਬਰ ਸਿਕਿਉਰਿਟੀ ਐਂਡ ਟੈਕਨੀਕਸ।
ਸਾਈਬਰ ਹਮਲਿਆਂ ਦੀ ਮਾਰ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਤੇ ਅਜਿਹਾ ਕਰਨ ਲਈ ਕਈ ਤਰ੍ਹਾਂ ਦੀਆਂ ਤਕਨੀਕਾਂ ਜਾਂ ਸੌਫਟਵੇਅਰ ਵਰਤੇ ਜਾਂਦੇ ਨੇ। ਸਾਈਬਰ ਹਮਲਿਆਂ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਤਕਨੀਕਾਂ ਨੂੰ ਸਮੂਹਿਕ ਤੌਰ ਤੇ ਸਾਈਬਰ ਸੁਰੱਖਿਆ ਯਾਨੀ ਕਿ ਸਾਈਬਰ ਸਿਕਿਉਰਿਟੀ ਦਾ ਨਾਮ ਦਿੱਤਾ ਜਾਂਦਾ ਹੈ। ਸਾਈਬਰ ਸਿਕਿਉਰਿਟੀ ਟੈਕਨੀਕਸ। ਸਾਈਬਰ ਸਿਕਿਉਰਿਟੀ ਟੈਕਨੀਕਸ ਵਿੱਚ ਉਹ ਸੌਫਟਵੇਅਰ ਜਾਂ ਪ੍ਰੋਗਰਾਮ ਆ ਜਾਂਦੇ ਨੇ ਜੋ ਸਾਡੇ ਕੰਪਿਊਟਰ ਸਿਸਟਮ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਨੇ, ਜਾਂ ਅਸੀਂ ਸਿਕਿਉਰਿਟੀ ਗਾਰਡ ਵਜੋਂ ਬਾਅਦ ਵਿੱਚ ਇਹਨਾਂ ਨੂੰ ਇੰਸਟਾਲ ਕਰ ਲੈਂਦੇ ਹਾਂ ਤਾਂ ਜੋ ਸਾਡਾ ਕੰਪਿਊਟਰ ਸਿਸਟਮ ਕਿਸੇ ਵੀ ਕਿਸਮ ਦੇ ਸਾਈਬਰ ਹਮਲੇ ਤੋਂ ਬਚ ਸਕੇ। ਕੰਪਿਊਟਰ ਸਿਸਟਮ ਨੂੰ ਸੁਰੱਖਿਅਤ ਕਰਨ ਲਈ ਬਹੁਤ ਸਾਰੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚੋਂ ਕੁਝ ਤਕਨੀਕਾਂ ਨੂੰ ਆਪਾਂ ਇੱਥੇ ਡਿਸਕਸ ਕਰਨ ਜਾ ਰਹੇ ਹਾਂ। ਅਜਿਹੀ ਪਹਿਲੀ ਤਕਨੀਕ ਹੈ ਅਥੈਂਟੀਕੇਸ਼ਨ ਮੀਨਸ ਪ੍ਰਮਾਣੀਕਰਨ। ਪ੍ਰਮਾਣੀਕਰਨ ਜਾਂ ਅਥੈਂਟੀਕੇਸ਼ਨ ਇੱਕ ਅਜਿਹੀ ਸੁਰੱਖਿਆ ਤਕਨੀਕ ਹੈ ਜਿਸ ਵਿੱਚ ਕੰਪਿਊਟਰ ਯੂਜ਼ਰ ਕੋਲ ਇਹ ਪੂਰਨ ਅਧਿਕਾਰ ਹੁੰਦੇ ਨੇ ਕਿ ਉਸਨੇ ਕਿਸ ਨੂੰ ਆਪਣੀ ਕੰਪਿਊਟਰ ਪ੍ਰਣਾਲੀ ਨੂੰ ਵਰਤਣ ਦੀ ਆਗਿਆ ਦੇਣੀ ਹੈ ਅਤੇ ਕਿਸ ਨੂੰ ਨਹੀਂ। ਜੇਕਰ ਕਿਸੇ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਇਸ ਪ੍ਰਕਾਰ ਦੀ ਅਥੈਂਟੀਕੇਸ਼ਨ ਸੁਰੱਖਿਆ ਤਕਨੀਕ ਲਾਗੂ ਕੀਤੀ ਜਾਂਦੀ ਹੈ ਤਾਂ ਸਿਰਫ ਉਹ ਵਿਅਕਤੀ ਹੀ ਉਸ ਕੰਪਿਊਟਰ ਪ੍ਰਣਾਲੀ ਨੂੰ ਅਸੈਸ ਕਰ ਸਕਦੇ ਨੇ ਜਿਨ੍ਹਾਂ ਨੂੰ ਉਸ ਕੰਪਿਊਟਰ ਪ੍ਰਣਾਲੀ ਦੇ ਐਡਮਿਨਿਸਟ੍ਰੇਟਰ ਦੁਆਰਾ ਅਥੈਂਟੀਕੇਸ਼ਨ ਦਿੱਤੀ ਗਈ ਹੋਵੇ, ਅਤੇ ਜਿਸ ਵਿਅਕਤੀ ਨੂੰ ਅਥੈਂਟੀਕੇਸ਼ਨ ਨਾ ਹੋਵੇ ਉਹ ਉਸ ਕੰਪਿਊਟਰ ਪ੍ਰਣਾਲੀ ਨੂੰ ਅਸੈਸ ਨਹੀਂ ਕਰ ਸਕਦਾ। ਦੂਜੀ ਵਿਧੀ ਹੈ ਸਟਰੋਂਗ ਪਾਸਵਰਡ। ਕੰਪਿਊਟਰ ਆਧਾਰਿਤ ਪ੍ਰਣਾਲੀ ਅਧੀਨ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਤੋਂ ਬਚਣ ਲਈ ਇੱਕ ਆਸਾਨ ਤੇ ਸਰਲ ਤਕਨੀਕ ਹੈ ਕਿ ਹਰ ਤਰ੍ਹਾਂ ਦੀ ਆਈਡੀ ਅਤੇ ਯੂਜ਼ਰਨੇਮ ਲਈ ਸਟਰੋਂਗ ਪਾਸਵਰਡ ਦੀ ਵਰਤੋਂ ਕੀਤੀ ਜਾਵੇ, ਕਿਉਂਕਿ ਪਾਸਵਰਡ ਜਿੰਨਾ ਗੁੰਝਲਦਾਰ ਤੇ ਸਖਤ ਹੋਏਗਾ ਓਨਾ ਹੀ ਕਿਸੇ ਹੈਕਰ ਜਾਂ ਸਾਈਬਰ ਅਪਰਾਧੀ ਲਈ ਉਸ ਨੂੰ ਤੋੜਨਾ ਜਾਂ ਚੋਰੀ ਕਰਨਾ ਔਖਾ ਹੋਏਗਾ। ਜਿੱਥੋਂ ਤੱਕ ਹੋ ਸਕੇ ਕਿਸੇ ਵੀ ਆਈਡੀ ਦਾ ਪਾਸਵਰਡ ਅਲਫਾਬੈਟ, ਡਿਜਿਟਸ ਤੇ ਸਪੈਸ਼ਲ ਚਿੰਨ੍ਹਾਂ ਦਾ ਸੁਮੇਲ ਹੋਵੇ ਅਤੇ ਸਮੇਂ-ਸਮੇਂ ਤੇ ਇਸ ਨੂੰ ਬਦਲਦੇ ਰਹਿਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਆਈਡੀ ਦਾ ਪਾਸਵਰਡ ਨਿੱਜੀ ਨਾਮ, ਜਨਮ ਮਿਤੀ ਜਾਂ ਮੋਬਾਈਲ ਨੰਬਰ ਆਦਿ ਨਹੀਂ ਰੱਖਣਾ ਚਾਹੀਦਾ। ਅਜਿਹੇ ਆਸਾਨ ਪਾਸਵਰਡ ਨੂੰ ਹੈਕਰ ਜਾਂ ਸਾਈਬਰ ਅਪਰਾਧੀ ਆਸਾਨੀ ਨਾਲ ਚੋਰੀ ਕਰ ਸਕਦੇ ਨੇ ਤੇ ਉਸ ਦੀ ਦੁਰਵਰਤੋਂ ਕਰ ਸਕਦੇ ਨੇ। ਤੁਹਾਡੇ ਸਾਹਮਣੇ ਸਕਰੀਨ ਤੇ ਸਟਰੋਂਗ ਪਾਸਵਰਡ ਦੀ ਇੱਕ ਐਗਜ਼ਾਮਪਲ ਦਿੱਤੀ ਗਈ ਹੈ ਜਿਸ ਵਿੱਚ ਅਲਫਾਬੈਟ, ਸਪੈਸ਼ਲ ਕਰੈਕਟਰ ਅਤੇ ਨੰਬਰਸ ਤਿੰਨੋਂ ਵਰਤੇ ਗਏ ਨੇ। ਇਸ ਦੇ ਨਾਲ ਹੀ ਪਹਿਲਾ ਅੱਖਰ ਐਸ ਕੈਪੀਟਲ ਯੂਜ਼ ਕੀਤਾ ਗਿਆ ਹੈ। ਤੀਸਰੀ ਤਕਨੀਕ ਹੈ ਐਨਕ੍ਰਿਪਸ਼ਨ। ਇਹ ਇੱਕ ਅਜਿਹੀ ਸੁਰੱਖਿਆ ਤਕਨੀਕ ਹੈ ਜਿਸ ਨੂੰ ਜੇਕਰ ਕਿਸੇ ਵੀ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਕਿਸੇ ਯੂਜ਼ਰ ਨੇਮ ਜਾਂ ਆਈਡੀ ਦੇ ਪਾਸਵਰਡ ਤੇ ਲਾਗੂ ਕੀਤਾ ਜਾਂਦਾ ਹੈ ਤਾਂ ਜਦੋਂ ਵੀ ਅਜਿਹਾ ਡਾਟਾ ਜਾਂ ਪਾਸਵਰਡ ਵਗੈਰਾ ਕੰਪਿਊਟਰ ਆਧਾਰਿਤ ਪ੍ਰਣਾਲੀ ਦੀ ਵਰਤੋਂ ਕਰਦੇ ਸਮੇਂ ਕਿਤੇ ਵੀ ਭਰਿਆ ਜਾਂਦਾ ਹੈ ਤਾਂ ਇਹ ਸੁਰੱਖਿਆ ਤਕਨੀਕ ਉਸ ਨੂੰ ਨਾ ਸਮਝ ਆਉਣ ਵਾਲੇ ਵਿਸ਼ੇਸ਼ ਚਿੰਨ੍ਹਾਂ ਵਿੱਚ ਬਦਲ ਦਿੰਦੀ ਹੈ, ਜਿਸ ਨੂੰ ਕਿ ਕੇਵਲ ਭਰਨ ਵਾਲਾ ਵਿਅਕਤੀ ਜਾਂ ਅਸਲ ਯੂਜ਼ਰ ਹੀ ਸਮਝ ਸਕਦਾ ਹੈ ਅਤੇ ਅਣਜਾਣ ਵਿਅਕਤੀ ਭਾਵੇਂ ਉਹ ਕੋਲ ਹੀ ਕਿਉਂ ਨਾ ਬੈਠਾ ਹੋਵੇ ਉਸ ਨੂੰ ਕੁਝ ਵੀ ਪਤਾ ਨਹੀਂ ਚੱਲਦਾ। ਚੌਥੀ ਤਕਨੀਕ ਹੈ ਐਂਟੀਵਾਇਰਸ। ਐਂਟੀਵਾਇਰਸ ਇੱਕ ਅਜਿਹਾ ਸੌਫਟਵੇਅਰ ਹੈ ਜੋ ਸਾਡੇ ਕੰਪਿਊਟਰ ਨੂੰ ਕਿਸੇ ਵੀ ਤਰ੍ਹਾਂ ਦੇ ਵਾਇਰਸ ਤੋਂ ਸੁਰੱਖਿਅਤ ਕਰਦਾ ਹੈ। ਇਸ ਨੂੰ ਐਂਟੀ ਮਾਲਵੇਅਰ ਵੀ ਕਿਹਾ ਜਾਂਦਾ ਹੈ ਕਿਉਂਕਿ ਕੋਈ ਵੀ ਵਾਇਰਸ ਇੱਕ ਮਾਲਵੇਅਰ ਹੁੰਦਾ ਹੈ ਜਿਸ ਦੇ ਵਿਰੁੱਧ ਇਹ ਕੰਮ ਕਰਦਾ ਹੈ ਅਤੇ ਸਾਡੇ ਕੰਪਿਊਟਰ ਵਿੱਚ ਵਾਇਰਸ ਨੂੰ ਜਾਂ ਤਾਂ ਆਉਣ ਹੀ ਨਹੀਂ ਦਿੰਦਾ, ਜੇਕਰ ਆ ਵੀ ਜਾਵੇ ਤਾਂ ਇਸ ਐਂਟੀਵਾਇਰਸ ਦੀ ਮਦਦ ਨਾਲ ਕੰਪਿਊਟਰ ਨੂੰ ਸਕੈਨ ਕਰਕੇ ਇਸ ਨੂੰ ਖਤਮ ਕੀਤਾ ਜਾ ਸਕਦਾ ਹੈ। ਅਜੋਕੇ ਸਮੇਂ ਵਿੱਚ ਕਈ ਕਿਸਮ ਦੇ ਐਂਟੀਵਾਇਰਸ ਸੌਫਟਵੇਅਰ ਉਪਲਬਧ ਨੇ ਜਿਵੇਂ AVG, ਅਵੀਰਾ, ਮੈਕੈਫੇ, ਅਵਾਸਟ, ਕੈਸਪਰਸਕਾਈ, ਐਡਵੇਅਰ, ਨੋਰਟਨ ਆਦਿ। ਅਗਲੀ ਤਕਨੀਕ ਹੈ ਫਾਇਰਵਾਲ। ਫਾਇਰਵਾਲ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਵਰਤੀ ਜਾਣ ਵਾਲੀ ਇੱਕ ਅਜਿਹੀ ਸੁਰੱਖਿਆ ਹੈ ਜੋ ਕੰਪਿਊਟਰ ਅਤੇ ਕੰਪਿਊਟਰ ਨੈਟਵਰਕ ਨੂੰ ਵਾਇਰਸ ਜਾਂ ਕਿਸੇ ਕਿਸਮ ਦੇ ਸਾਈਬਰ ਹਮਲੇ ਤੋਂ ਸੁਰੱਖਿਅਤ ਕਰਦੀ ਹੈ। ਇਹ ਇੱਕ ਮਜ਼ਬੂਤ ਦੀਵਾਰ ਬਣ ਕੇ ਸਾਡੇ ਕੰਪਿਊਟਰ ਨੂੰ ਹਰ ਤਰ੍ਹਾਂ ਦੇ ਮਾਲਵੇਅਰ ਤੋਂ ਬਚਾਉਂਦੀ ਹੈ ਅਤੇ ਕਿਸੇ ਵੀ ਅਣਅਧਿਕਾਰਤ ਵਿਅਕਤੀ ਨੂੰ ਸਾਡੇ ਕੰਪਿਊਟਰ ਨੂੰ ਅਸੈਸ ਕਰਨ ਦੀ ਆਗਿਆ ਨਹੀਂ ਦਿੰਦੀ। ਅਗਲੀ ਤਕਨੀਕ ਹੈ ਜੀ ਡਿਜੀਟਲ ਸਿਗਨੇਚਰ। ਅਜੋਕਾ ਸਮਾਂ ਡਿਜੀਟਲ ਯੁੱਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਅਜੋਕੇ ਸਮੇਂ ਜ਼ਿਆਦਾਤਰ ਕੰਮ ਆਨਲਾਈਨ ਹੋ ਗਿਆ ਹੈ, ਇੱਥੋਂ ਤੱਕ ਕਿ ਦਸਤਖਤ ਵੀ ਡਿਜੀਟਲ ਹੋ ਗਏ ਨੇ। ਇਹ ਇੱਕ ਅਜਿਹੀ ਸੁਰੱਖਿਆ ਤਕਨੀਕ ਹੈ ਜੋ ਕੰਪਿਊਟਰ ਆਧਾਰਿਤ ਪ੍ਰਣਾਲੀ ਤੇ ਇੱਕ ਡਿਜੀਟਲ ਕੋਡ ਰਾਹੀਂ ਯੂਜ਼ਰ ਦਾ ਪ੍ਰਮਾਣੀਕਰਨ ਕਰਨ ਅਤੇ ਭੇਜੇ ਜਾਂ ਆਏ ਡਾਟੇ ਅਤੇ ਕਿਸੇ ਆਨਲਾਈਨ ਦਸਤਾਵੇਜ਼ ਨੂੰ ਵੈਰੀਫਾਈ ਕਰਨ ਲਈ ਵਰਤੀ ਜਾਂਦੀ ਹੈ। ਇਹ ਡਿਜੀਟਲ ਸਿਗਨੇਚਰ ਸੁਰੱਖਿਆ ਤਕਨੀਕ ਦੀ ਵਰਤੋਂ ਜ਼ਿਆਦਾਤਰ ਬੈਂਕਿੰਗ ਖੇਤਰ ਅਤੇ ਹੋਰ ਵਿੱਤੀ ਲੈਣ ਦੇਣ ਦੇ ਕੰਮਾਂ ਵਿੱਚ ਕੀਤੀ ਜਾਂਦੀ ਹੈ।
एक बहुत ही ਨਿਵੇਕਲੀ ਅਤੇ ਮਹੱਤਵਪੂਰਨ ਸੁਰੱਖਿਆ ਤਕਨੀਕ ਹੈ ਜੋ ਕਿ ਵਿੱਤੀ ਕਾਰਜਾਂ ਵਿੱਚ ਕੰਪਿਊਟਰ ਪ੍ਰਣਾਲੀ ਨੂੰ ਸੁਰੱਖਿਅਤ ਕਰਦੀ ਹੈ ਅਤੇ ਸਾਈਬਰ ਖਤਰਿਆਂ ਤੋਂ ਵੀ ਬਚਾਉਂਦੀ ਹੈ। ਆਪਾਂ ਨੇ ਹੁਣ ਤੱਕ ਸਾਈਬਰ ਹਮਲੇ ਜਾਂ ਸਾਈਬਰ ਸਿਕਿਉਰਿਟੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਡਿਸਕਸ ਕਰ ਲਿਆ। ਆਪਣੀਆਂ ਦੋ ਟਰਮਸ ਸਾਈਬਰ ਸਪੇਸ ਤੇ ਵਰਲਡ ਵਾਈਡ ਵੈਬ ਅਣਛੂਹੀਆਂ ਰਹਿ ਗਈਆਂ ਨੇ, ਆਓ ਆਪਾਂ ਇਹਨਾਂ ਨੂੰ ਵੀ ਡਿਸਕਸ ਕਰ ਲਈਏ। ਸਾਈਬਰ ਸਪੇਸ ਇੰਟਰਨੈਟ ਦੀ ਦੁਨੀਆ ਦਾ ਕੋਈ ਭੌਤਿਕ ਸਥਾਨ ਨਹੀਂ ਹੁੰਦਾ। ਇਹ ਇੱਕ ਇਲੈਕਟ੍ਰੋਨਿਕ ਮਾਹੌਲ ਹੈ ਜਿਸ ਵਿੱਚ ਇੰਟਰਨੈਟ ਨਾਲ ਜੁੜੀਆਂ ਸਾਰੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਨੇ। ਅਰਥਾਤ ਇਹ ਇੰਟਰਨੈਟ ਦੀ ਦੁਨੀਆ ਦਾ ਉਹ ਭਾਵਨਾਤਮਕ ਇਲੈਕਟ੍ਰੋਨਿਕ ਵਾਤਾਵਰਨ ਹੈ ਜਿਸ ਵਿੱਚ ਰਹਿ ਕੇ ਸਾਰੇ ਇੰਟਰਨੈਟ ਯੂਜ਼ਰ ਆਪਸੀ ਸੰਚਾਰ ਕਰਦੇ ਨੇ। ਵਰਲਡ ਵਾਈਡ ਵੈਬ, ਇਸ ਨੂੰ WWW ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਦੁਨੀਆ ਭਰ ਵਿੱਚ ਫੈਲਿਆ ਇੱਕ ਇਲੈਕਟ੍ਰੋਨਿਕ ਤਾਣਾ ਬਾਣਾ ਹੈ। ਉਂਝ ਤਾਂ ਵਰਲਡ ਵਾਈਡ ਵੈਬ ਵੀ ਸਾਈਬਰ ਸਪੇਸ ਵਾਂਗ ਇੱਕ ਇਲੈਕਟ੍ਰੋਨਿਕ ਟਰਮ ਹੀ ਹੈ, ਪਰ ਇਸ ਨੂੰ ਭੌਤਿਕ ਟਰਮ ਦੇ ਰੂਪ ਵਿੱਚ ਵੀ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਇੰਟਰਨੈਟ ਦੀ ਦੁਨੀਆ ਵਿੱਚ ਵਰਲਡ ਵਾਈਡ ਵੈਬ ਉਹ ਸਥਾਨ ਜਾਂ ਸੂਚਨਾ ਪ੍ਰਣਾਲੀ ਹੈ ਜਿੱਥੇ ਇੰਟਰਨੈਟ ਨਾਲ ਜੁੜੇ ਸਾਰੇ ਵੈਬ ਸਰਵਰਾਂ ਦੇ URL ਭਾਵ ਵੈਬ ਐਡਰੈਸ ਅਤੇ ਵੱਖ-ਵੱਖ ਵੈਬ ਪੇਜਾਂ ਦੇ ਹਾਈਪਰਲਿੰਕ ਸਟੋਰ ਹੁੰਦੇ ਨੇ। ਜਿੱਥੇ ਕੋਈ ਅਪਰਾਧ ਹੁੰਦਾ ਤਾਂ ਉਸ ਅਪਰਾਧ ਨੂੰ ਕਟਹਿਰੇ ਵਿੱਚ ਕਢਾਉਣ ਲਈ ਕੋਈ ਕਾਨੂੰਨ ਵੀ ਬਣਦਾ ਹੈ। ਆਓ ਆਪਾਂ ਭਾਰਤ ਸਰਕਾਰ ਦੁਆਰਾ ਨਿਰਮਿਤ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਬਾਰੇ ਡਿਸਕਸ ਕਰਦੇ ਹਾਂ। ਵੱਧ ਰਹੀ ਟੈਕਨੋਲੋਜੀ ਤੇ ਇੰਟਰਨੈਟ ਦੀ ਵਰਤੋਂ ਕਾਰਨ ਪੈਦਾ ਹੋ ਰਹੇ ਸਾਈਬਰ ਖਤਰਿਆਂ ਦੇ ਮੱਦੇਨਜ਼ਰ ਇਨਫੋਰਮੇਸ਼ਨ ਟੈਕਨੋਲੋਜੀ ਦੀ ਵਰਤੋਂ ਨੂੰ ਕਾਨੂੰਨੀ ਦਾਇਰੇ ਅੰਦਰ ਲਿਆਉਣ ਅਤੇ ਇਸ ਦੀ ਵਰਤੋਂ ਨੂੰ ਤਰਕਸੰਗਤ ਬਣਾਉਣ ਲਈ ਭਾਰਤ ਸਰਕਾਰ ਨੇ 17 ਅਕਤੂਬਰ 2020 ਨੂੰ ਇੱਕ ਐਕਟ ਪਾਸ ਕੀਤਾ ਜਿਸ ਨੂੰ IT ਐਕਟ 2000 ਦਾ ਨਾਮ ਦਿੱਤਾ ਗਿਆ। ਇਹ ਐਕਟ ਸਾਈਬਰ ਕ੍ਰਾਈਮ ਤੇ ਇਲੈਕਟ੍ਰੋਨਿਕ ਕਮਰਸ ਨਾਲ ਸੰਬੰਧਿਤ ਹੈ। ਬਾਅਦ ਵਿੱਚ ਅਕਤੂਬਰ 2008 ਵਿੱਚ ਇਸ ਐਕਟ ਵਿੱਚ ਸੋਧ ਕਰਕੇ ਭਾਰਤ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਦਾ ਸਮੁੱਚਾ ਕੰਟਰੋਲ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਨੂੰ ਦੇ ਦਿੱਤਾ ਗਿਆ। ਇਸ ਐਕਟ ਦੇ ਕੁਝ ਉਦੇਸ਼ ਯਾਨੀ ਕਿ ਆਬਜੈਕਟਿਵਸ ਨੇ ਜਿਨ੍ਹਾਂ ਬਾਰੇ ਆਪਾਂ ਇੱਕ ਇੱਕ ਕਰਕੇ ਜਾਣ ਲੈਂਦੇ ਹਾਂ। ਇਲੈਕਟ੍ਰੋਨਿਕ ਸੂਚਨਾ ਅਤੇ ਡਾਟਾ ਸੰਚਾਰ ਨੂੰ ਕਾਨੂੰਨੀ ਮਾਨਤਾ ਦੇਣਾ, ਡਾਟਾ ਜਾਂ ਸੂਚਨਾ ਨੂੰ ਆਨਲਾਈਨ ਸਟੋਰ ਕਰਨ ਦੀ ਸੁਵਿਧਾ ਪ੍ਰਦਾਨ ਕਰਨਾ, ਕਿਸੇ ਦਸਤਾਵੇਜ਼ ਜਾਂ ਹੋਰ ਜਾਣਕਾਰੀ ਦੇ ਪ੍ਰਮਾਣੀਕਰਨ ਲਈ ਡਿਜੀਟਲ ਸਿਗਨੇਚਰ ਨੂੰ ਮਾਨਤਾ ਦੇਣਾ, ਸਾਈਬਰ ਅਪਰਾਧਾਂ ਦੀ ਰੋਕਥਾਮ ਲਈ ਕਾਨੂੰਨੀ ਢਾਂਚੇ ਦੀ ਵਿਵਸਥਾ ਕਰਨਾ, ਬੈਂਕਾਂ ਵਿੱਚ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਨੀਤੀ ਨੂੰ ਮਾਨਤਾ ਦੇਣਾ, ਸਰਕਾਰੀ ਵਿਭਾਗਾਂ ਜਾਂ ਏਜੰਸੀਆਂ ਵਿੱਚ ਫਾਰਮਾਂ ਨੂੰ ਇਲੈਕਟ੍ਰੋਨਿਕ ਤਰੀਕੇ ਨਾਲ ਜਮ੍ਹਾਂ ਕਰਾਉਣ ਦੀ ਸੁਵਿਧਾ ਪ੍ਰਦਾਨ ਕਰਨਾ, ਸਮੁੱਚੇ ਭਾਰਤ ਵਿੱਚ ਇਲੈਕਟ੍ਰੋਨਿਕ ਕਮਰਸ ਨੂੰ ਲਾਗੂ ਕਰਨਾ ਅਤੇ ਇਲੈਕਟ੍ਰੋਨਿਕ ਬਿਜ਼ਨਸ ਨੂੰ ਉਤਸ਼ਾਹਿਤ ਕਰਨਾ। ਇਸ IT ਐਕਟ ਦੀਆਂ ਕੁਝ ਵਿਸ਼ੇਸ਼ਤਾਵਾਂ ਨੇ ਜੋ ਇਸ ਪ੍ਰਕਾਰ ਨੇ। ਇਸ ਐਕਟ ਵਿੱਚ ਡਿਜੀਟਲ ਸਿਗਨੇਚਰ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਇਸ ਵਿੱਚ ਸੁਰੱਖਿਅਤ ਇਲੈਕਟ੍ਰੋਨਿਕ ਮਾਧਿਅਮਾਂ ਰਾਹੀਂ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਵਿੱਤੀ ਲੈਣ ਦੇਣ ਨੂੰ ਪੂਰਨ ਪ੍ਰਵਾਨਗੀ ਅਤੇ ਮਾਨਤਾ ਦਿੱਤੀ ਗਈ ਹੈ। ਇਹ IT ਐਕਟ ਪੂਰਨ ਤੌਰ ਤੇ ਸਾਈਬਰ ਕ੍ਰਾਈਮ ਅਤੇ ਇਲੈਕਟ੍ਰੋਨਿਕ ਕਮਰਸ ਨਾਲ ਸੰਬੰਧਿਤ ਹੈ। ਇਸ ਐਕਟ ਵਿੱਚ ਇੱਕ ਸਾਈਬਰ ਅਪੀਲ ਰੈਗੂਲੇਸ਼ਨ ਟ੍ਰਿਬਿਊਨਲ ਦੀ ਸਥਾਪਨਾ ਕੀਤੀ ਗਈ ਹੈ ਜੋ ਸਾਈਬਰ ਸੰਬੰਧੀ ਅਪੀਲਾਂ ਤੇ ਕਾਰਵਾਈ ਕਰਦਾ ਹੈ। ਇਸ ਐਕਟ ਵਿੱਚ ਸਰਕਾਰੀ ਦਫ਼ਤਰਾਂ ਅਤੇ ਏਜੰਸੀਆਂ ਦੇ ਫਾਰਮ ਆਨਲਾਈਨ ਭਰਨ ਅਤੇ ਸਬਮਿਟ ਕਰਨ ਦੀ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਇਸ ਐਕਟ ਅਨੁਸਾਰ ਸਾਈਬਰ ਅਪੀਲ ਰੈਗੂਲੇਸ਼ਨ ਟ੍ਰਿਬਿਊਨਲ ਦੇ ਆਦੇਸ਼ ਖਿਲਾਫ ਸੁਣਵਾਈ ਸਿਰਫ ਸੁਪਰੀਮ ਕੋਰਟ ਵਿੱਚ ਹੀ ਹੋ ਸਕਦੀ ਹੈ। ਇਹ ਐਕਟ ਭਾਰਤ ਤੋਂ ਬਾਹਰ ਕੀਤੇ ਗਏ ਉਹਨਾਂ ਅਪਰਾਧਾਂ ਤੇ ਵੀ ਲਾਗੂ ਹੁੰਦਾ ਹੈ ਜਿਨ੍ਹਾਂ ਦਾ ਸੰਬੰਧ ਕਿਸੇ ਨਾ ਕਿਸੇ ਰੂਪ ਵਿੱਚ ਭਾਰਤ ਨਾਲ ਹੋਵੇ। ਇਸ ਐਕਟ ਵਿੱਚ ਆਨਲਾਈਨ ਰਿਕਾਰਡ ਅਤੇ ਸਟੋਰੇਜ ਨੂੰ ਵੀ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਇਸ ਐਕਟ ਵਿੱਚ ਇਲੈਕਟ੍ਰੋਨਿਕ ਸੰਚਾਰ ਨੂੰ ਵੀ ਮਾਨਤਾ ਦਿੱਤੀ ਗਈ ਹੈ ਅਤੇ ਇਸ ਐਕਟ ਵਿੱਚ ਬੈਂਕਿੰਗ ਖੇਤਰ ਵਿੱਚ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਤਕਨੀਕ ਨੂੰ ਮਾਨਤਾ ਦਿੱਤੀ ਗਈ ਹੈ। ਅਖੀਰ ਵਿੱਚ ਮੈਂ ਆਸ ਕਰਦਾ ਹਾਂ ਕਿ ਸਾਈਬਰ ਖਤਰੇ ਅਤੇ ਸੁਰੱਖਿਆ ਨਾਲ ਸੰਬੰਧਿਤ ਸਾਰੀਆਂ ਟਰਮਸ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਈਆਂ ਹੋਣਗੀਆਂ। ਇਸ ਵੀਡੀਓ ਨੂੰ ਇੰਨੇ ਪਿਆਰ ਨਾਲ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।